ਸਾਰੇ ਵਿਊਅਰਸ ਦਾ ਸਵਾਗਤ ਹੈ ਸਾਡੇ YouTube ਚੈਨਲ ਲਰਨਿੰਗ ਪਾਥ ਉੱਪਰ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਵੀਡੀਓ ਜਿਹੜੀ ਸੀਰੀਜ਼ ਪਸੰਦ ਆ ਰਹੀ ਹੋਵੇਗੀ ਤੇ ਇਸ ਵਿੱਚ ਅਸੀਂ ਮਾਸਟਰ ਕੇਡਰ ਐਗਜ਼ਾਮ ਦਾ ਸਾਰਾ ਸਿਲੇਬਸ ਕਵਰ ਕਰਾਂਗੇ। ਔਰ ਅੱਜ ਦਾ ਸਾਡਾ ਚੈਪਟਰ ਹੈ ਸਾਰਕ, ਯਾਨੀ ਕਿ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਇਹ ਇੱਕ ਅਜਿਹੀ ਸੰਸਥਾ ਜਿਸ ਵਿੱਚ ਸਾਰੇ ਦੱਖਣੀ ਏਸ਼ੀਆ ਦੇ ਜਿਹੜੇ ਦੇਸ਼ ਆ ਉਹਨਾਂ ਨੇ ਮਿਲ ਕੇ ਇੱਕ ਸੰਸਥਾ ਬਣਾਈ, ਜਿਸ ਵਿੱਚ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ ਤੇ ਇੰਡੀਆ, ਇਸ ਤਰ੍ਹਾਂ ਦੇ 8 ਜਿਹੜੇ ਦੱਖਣੀ ਏਸ਼ੀਆ ਦੇ 8 ਕੰਟਰੀਆਂ ਨੇ ਮਿਲ ਕੇ ਇੱਕ ਸੰਸਥਾ ਬਣਾਈ ਤੇ ਜਿਸ ਦਾ ਮੁੱਖ ਉਦੇਸ਼ ਆਰਥਿਕ ਵਿਕਾਸ ਕਰਨਾ ਤੇ ਆਪਸੀ ਸਹਿਯੋਗ ਕਰਨਾ ਤੇ ਆਤੰਕਵਾਦ ਜਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ। ਠੀਕ ਹੈ ਜੀ, ਇਸ ਦੇ ਮੁੱਖ ਉਦੇਸ਼ ਹੈਗੇ ਆ। ਤਾਂ ਸ਼ੁਰੂ ਕਰਦੇ ਹਾਂ ਸਾਡਾ ਜਿਹੜਾ ਸਾਰਕ ਦਾ ਚੈਪਟਰ। ਠੀਕ ਹੈ ਜੀ, ਤਾਂ ਇਸ ਦੀ ਫੁੱਲ ਫਾਰਮ ਹੈਗੀ ਹੈ ਜੀ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਤੇ ਇਸ ਦਾ ਹੈੱਡਕੁਆਟਰ ਕਾਠਮੰਡੂ, ਜੋ ਕਿ ਨੇਪਾਲ ਦੀ ਰਾਜਧਾਨੀ ਹੈਗਾ ਜੀ, ਉਸ ਵਿੱਚ ਹੈਗਾ ਜੀ। ਤੇ ਇਸ ਦੀ ਅਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈਗੀ ਹੈ। ਤੇ ਅਗਰ ਅਸੀਂ ਗੱਲ ਕਰੀਏ ਇਸ ਦੇ ਮੈਂਬਰ ਸਟੇਟ ਦੀ, ਤਾਂ ਇਸ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵਸ, ਨੇਪਾਲ, ਪਾਕਿਸਤਾਨ ਔਰ ਸ਼੍ਰੀਲੰਕਾ, ਇਹ 8 ਦੇਸ਼ਾਂ ਨੇ ਇਹ 8 ਦੇਸ਼ ਸਾਊਥ ਏਸ਼ੀਅਨ ਜਿਹੜੀ ਕੰਟਰੀ ਹੈਗੇ। ਠੀਕ ਹੈ ਜੀ, ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਸੰਸਥਾ ਨੂੰ ਜਿਹੜਾ ਬਣਾਇਆ ਹੈਗਾ ਜੀ, ਹੋਂਦ ਵਿੱਚ ਲਿਆਂਦਾ ਹੈਗਾ। ਤੇ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਦੇ ਜਿਹੜੇ ਓਬਜ਼ਰਵਰ ਕੰਟਰੀ ਹੈਗੇ। ਠੀਕ ਹੈ ਜੀ, ਓਬਜ਼ਰਵਰ ਕੰਟਰੀ ਜਿਹੜੇ ਇਸ ਦੇ ਮੈਂਬਰ ਤਾਂ ਨਹੀਂ, ਪਰ ਉਹ ਇੱਕ ਨਿਰੀਖਕ ਦੇ ਵਜੋਂ ਭੂਮਿਕਾ ਨਿਭਾ ਰਹੇ ਨੇ, ਜਿਨ੍ਹਾਂ ਵਿੱਚ ਆਸਟ੍ਰੇਲੀਆ, ਚਾਈਨਾ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਮਾਰੂਤੀਸ, ਮਿਆਂਮਾਰ, ਸਾਊਥ ਕੋਰੀਆ, USA ਐਂਡ UK, ਇਹ ਸਾਰੇ ਦੇਸ਼ ਓਬਜ਼ਰਵਰ ਸਟੇਟ ਕਹਿਲਾਉਂਦੇ ਹੈਗੇ। ਠੀਕ ਹੈ ਜੀ, ਤੇ ਇਹ ਮੈਂਬਰ ਤਾਂ ਨਹੀਂ, ਸਾਡੇ ਜਿਹੜੇ ਖੇਤਰੀ ਸੰਗਠਨ ਆ ਉਸ ਦੇ ਮੈਂਬਰ ਹੈ ਨਹੀਂ, ਪਰ ਬਾਹਰ ਰਹਿ ਕੇ ਇਹ ਇੱਕ ਨਿਰੀਖਕ ਦੀ ਭੂਮਿਕਾ ਵਜੋਂ ਜਿਹੜੇ ਕੰਮ ਕਰ ਰਹੇ ਨੇ। ਠੀਕ ਹੈ ਜੀ, ਤੇ ਗੱਲ ਕਰੀਏ ਸੈਕਟਰੀ ਜਨਰਲ ਦੀ ਇਸ ਦੀ, ਤਾਂ ਜਿਹੜੇ ਸੈਕਟਰੀ ਜਨਰਲ ਸਾਊਥ ਏਸ਼ੀਅਨ ਸੰਗਠਨ ਦੇ ਉਹ ਹੈਗੇ ਨੇ ਅਸਲਾ ਰੂਵਾਨ ਵੀਕਰਾਨ। ਇਹ ਨਾਂ ਥੋੜ੍ਹੇ ਜਿਹੇ ਔਖੇ ਹੁੰਦੇ। ਠੀਕ ਹੈ ਜੀ, ਤੁਸੀਂ ਯਾਦ ਕਰ ਲੈਣਾ। ਤੇ ਇਹ 3 ਮਾਰਚ 2020 ਤੋਂ ਜਿਹੜੇ ਆਪਣੇ ਅਹੁਦੇ 'ਤੇ ਕੰਮ ਕਰ ਰਹੇ ਨੇ। ਤੇ ਜੇਕਰ ਅਸੀਂ ਗੱਲ ਕਰੀਏ ਇਸ ਦੀ ਐਸਟੈਬਲਿਸ਼ਮੈਂਟ ਦੀ, ਤਾਂ ਇਹ 8 ਦਸੰਬਰ 1985 ਨੂੰ ਹੋਂਦ ਵਿੱਚ ਆਈ ਸੰਸਥਾ ਇਹ। ਠੀਕ ਹੈ ਜੀ, ਤੇ ਅੱਗੇ ਅਸੀਂ ਗੱਲ ਕਰਾਂਗੇ ਇਸ ਦੇ ਉਦੇਸ਼ਾਂ ਬਾਰੇ। ਸਾਰਕ ਦੇ ਜਿਹੜੇ ਮੁੱਖ ਉਦੇਸ਼ ਹੈਗੇ ਆ, ਤਾਂ ਇਸ ਦਾ ਪਹਿਲਾ ਉਦੇਸ਼ ਹੈਗਾ ਕਿ ਲੋਕਾਂ ਦਾ ਕਲਿਆਣ ਦਾ ਵਿਕਾਸ ਕਰਨਾ ਔਰ ਉਹਨਾਂ ਦੇ ਜੀਵਨ ਪੱਧਰ ਨੂੰ ਸੁਧਾਰ ਲਿਆਉਣਾ। ਠੀਕ ਹੈ ਜੀ, ਤੇ ਦੂਸਰਾ ਉਦੇਸ਼ ਇਸ ਦੇ ਜਿਹੜੇ ਸਾਊਥ ਏਸ਼ੀਆ ਦੇ ਖੇਤਰ ਜਿਹੜੇ ਉਹਨਾਂ ਦਾ ਆਰਥਿਕ ਵਿਕਾਸ, ਸਮਾਜਿਕ ਉન્નਤੀ, ਸੱਭਿਆਚਾਰਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨਾ ਤੇ ਦੱਖਣੀ ਏਸ਼ੀਆਈ ਦੇਸ਼ਾਂ ਵਿੱਚ ਸਮੂਹਿਕ ਆਤਮ ਨਿਰਭਰਤਾ ਦਾ ਵਿਕਾਸ ਕਰਨਾ ਤੇ ਇਸ ਨੂੰ ਮਜ਼ਬੂਤ ਕਰਨਾ। ਤੇ ਅਗਲਾ ਉਦੇਸ਼ ਆਪਸੀ ਵਿਸ਼ਵਾਸ ਵਿੱਚ ਵਾਧਾ ਕਰਨਾ ਤੇ ਇੱਕ ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਤੇ ਉਹਨਾਂ ਦੀ ਕਦਰ ਕਰਨਾ। ਤੇ ਇਸ ਤੋਂ ਇਲਾਵਾ ਆਰਥਿਕ, ਸਮਾਜਿਕ, ਸੱਭਿਆਚਾਰਕ, ਤਕਨੀਕੀ ਅਤੇ ਵਿਗਿਆਨਕ ਖੇਤਰ ਵਿੱਚ ਕਿਰਿਆਸ਼ੀਲਤਾ, ਭਾਗੀਦਾਰੀ ਅਤੇ ਆਪਸੀ ਸਹਾਇਤਾ ਕਰਨਾ ਤੇ ਦੂਜੇ ਵਿਕਾਸਸ਼ੀਲ ਦੇਸ਼ਾਂ ਨਾਲ ਸਹਿਯੋਗ ਕਰਨਾ। ਸਾਂਝੇ ਹਿੱਤ ਵਾਲੇ ਜਿਹੜੇ ਮੁੱਦੇ ਹੈਗੇ ਆ ਉਹਨਾਂ ਵਿੱਚ ਅੰਤਰਰਾਸ਼ਟਰੀ ਮੰਚ ਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨਾ ਤੇ ਸਾਰਕ ਦੇ ਉਦੇਸ਼ਾਂ ਨਾਲ ਮੇਲ ਖਾਣ ਵਾਲੇ ਦੂਜੇ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਨਾਲ ਸਹਿਯੋਗ ਕਰਨਾ। ਠੀਕ ਹੈ ਜੀ, ਜਿਵੇਂ ਦੂਸਰੇ ਖੇਤਰੀ ਸੰਗਠਨ ਜਿਵੇਂ ਕਿ ਸਾਡੇ G20, G18। ਠੀਕ ਹੈ ਜੀ, ਇਸ ਤੋਂ ਇਲਾਵਾ ਐਪਕ ਹੋ ਗਿਆ ਤੇ ਯੂਰਪੀਅਨ ਯੂਨੀਅਨ, ਇਸ ਤਰ੍ਹਾਂ ਦੇ ਜਿਹੜੇ ਖੇਤਰੀ ਸੰਗਠਨ ਆ ਉਹਨਾਂ ਨਾਲ ਸਹਿਯੋਗ ਕਰਨਾ ਤੇ ਅੰਤਰਰਾਸ਼ਟਰੀ ਮੰਚ ਉੱਪਰ ਇਹਨਾਂ ਸਾਰੇ ਦੇਸ਼ਾਂ ਨਾਲ ਮਿਲ ਕੇ ਆਰਥਿਕ ਵਿਕਾਸ ਨੂੰ ਵਧਾਵਾ ਦੇਣਾ ਇਸ ਦੇ ਮੁੱਖ ਉਦੇਸ਼ ਹੈਗਾ ਜੀ। ਠੀਕ ਹੈ ਜੀ, ਤੇ ਅੱਗੇ ਕਰਦੇ ਹਾਂ ਅਸੀਂ ਸਾਰਕ ਦੇ ਜਿਹੜੇ ਮੁੱਖ ਪ੍ਰਿੰਸੀਪਲ ਹੈਗੇ ਆ। ਤੇ ਇਸ ਵਿੱਚ ਇੱਕ ਦੂਜੇ ਰਾਜ ਦੀ ਪ੍ਰਭੂਸੱਤਾ, ਭੂਗੋਲਿਕ ਅਖੰਡਤਾ, ਰਾਜਨੀਤਿਕ ਸੁਤੰਤਰਤਾ ਦਾ ਸਤਿਕਾਰ ਕਰਨਾ ਤੇ ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨਾ। ਠੀਕ ਹੈ ਜੀ, ਤਾਂ ਇਸ ਤੋਂ ਇਲਾਵਾ ਆਪਸੀ ਸਹਿਯੋਗ ਵਿੱਚ ਵਾਧਾ ਕਰਨਾ ਤੇ ਸਾਰਕ ਦੇਸ਼ਾਂ ਦੇ ਵਿਚਕਾਰ ਇੱਕ ਦੂਜੇ ਦੇਸ਼ ਨਾਲ ਸਹਿਯੋਗ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣੇਗਾ। ਜਿਹੜੇ ਸਾਰਕ ਦੇ ਦੇਸ਼ ਹੋਣਗੇ, ਠੀਕ ਹੈ ਜੀ, ਉਹ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਰੁਕਾਵਟ ਨਹੀਂ ਬਣਨਗੇ। ਤੇ ਇਸ ਤੋਂ ਇਲਾਵਾ ਸਾਰਕ ਸੰਮੇਲਨਾਂ ਵਿੱਚ ਸਾਰੇ ਜਿਹੜੇ ਫੈਸਲੇ ਆਮ ਸਹਿਮਤੀ ਦੁਆਰਾ ਲਏ ਜਾਣਗੇ। ਤੇ ਹੁਣ ਅਸੀਂ ਗੱਲ ਕਰਾਂਗੇ
ਸਾਰਕ ਜਿਹੜੀ ਸੰਸਥਾ ਉਸ ਵਿੱਚ ਕਿਹੜੀ ਕੰਟਰੀ ਦਾ ਕਿੰਨਾ ਕੰਟਰੀਬਿਊਸ਼ਨ ਹੈਗਾ, ਠੀਕ ਹੈ ਜੀ। ਉਹ ਕਹਿ ਲਓ ਮਨੀ ਪੱਖੋਂ ਕਿੰਨੇ ਪੈਸੇ ਜਾਂ ਕਿੰਨਾ ਫੰਡ ਜਿਹੜਾ ਸਾਊਥ ਏਸ਼ੀਅਨ ਬਲੋਕ ਦੁਆਰਾ ਜਿਹੜਾ ਸਾਊਥ ਏਸ਼ੀਅਨ ਬਲੋਕ ਨੂੰ ਦਿੱਤਾ ਜਾਂਦਾ ਹੈਗਾ ਜੀ। ਤਾਂ ਸਭ ਤੋਂ ਪਹਿਲਾਂ ਇੰਡੀਆ ਦੀ ਗੱਲ ਕਰਾਂਗੇ। ਇੰਡੀਆ ਦਾ 32%, ਪਾਕਿਸਤਾਨ ਦਾ 25%, ਨੇਪਾਲ ਦਾ 11%, ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ ਇਹਨਾਂ ਸਾਰਿਆਂ ਦਾ 11%, ਔਰ ਭੂਟਾਨ ਦਾ 5% ਅਤੇ ਮਾਲਦੀਵ ਦਾ ਵੀ 5% ਜਿਹੜਾ ਯੋਗਦਾਨ ਹੈਗਾ ਜੀ ਸਾਰਕ ਦੇ ਵਿੱਚ, ਠੀਕ ਹੈ ਜੀ। ਅਤੇ ਹੁਣ ਅਸੀਂ ਗੱਲ ਕਰਾਂਗੇ ਇਸ ਦੇ ਸੰਮੇਲਨਾਂ ਬਾਰੇ। ਜਿਵੇਂ ਕਿ ਇਸ ਦਾ ਪਹਿਲਾ ਸੰਮੇਲਨ ਢਾਕਾ ਵਿੱਚ ਹੋਇਆ ਸੀ, ਬੰਗਲਾਦੇਸ਼ ਵਿੱਚ, ਦੂਸਰਾ ਬੈਂਗਲੌਰ ਵਿੱਚ। ਇਹ ਤੁਸੀਂ ਦੇਖ ਲੈਣਾ, ਠੀਕ ਹੈ ਜੀ। ਵੈਸੇ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਤੁਸੀਂ ਦੇਖ ਲੈਣਾ ਇੰਡੀਆ ਦੇ ਵਿੱਚ ਕਿਹੜੇ ਸੰਮੇਲਨ ਇੰਡੀਆ ਦੇ ਵਿੱਚ ਹੋਏ। ਜਿਵੇਂ ਕਿ ਦੂਸਰਾ ਸੰਮੇਲਨ ਬੰਗਲੌਰ ਵਿੱਚ ਇੰਡੀਆ ਵਿੱਚ ਹੋਇਆ ਸੀ, ਇਹ ਦੇਖ ਲੈਣਾ ਕਿੰਨੀ ਤਰੀਕ ਕਿਦੋਂ ਹੋਇਆ ਸੀਗਾ ਜੀ, ਨਵੰਬਰ 1986 ਵਿੱਚ। ਅਤੇ ਇਸ ਤੋਂ ਇਲਾਵਾ ਕਾਠਮੰਡੂ ਤੀਸਰਾ ਸੰਮੇਲਨ, ਚੌਥਾ ਇਸਲਾਮਾਬਾਦ, ਅਤੇ ਪੰਜਵਾਂ ਮਾਲਦੀਵ ਵਿੱਚ, ਛੇਵਾਂ ਕੋਲੰਬੀਆ, ਸੱਤਵਾਂ ਢਾਕਾ, ਅੱਠਵਾਂ ਨਿਊ ਦਿੱਲੀ। ਇਹ ਤੁਸੀਂ ਯਾਦ ਰੱਖ ਲੈਣੇ ਜੀ। ਅਤੇ ਇਸ ਵਿੱਚ ਜਿਹੜੇ ਵੀ ਫੈਸਲੇ ਲਏ ਗਏ ਉਹ ਅਸੀਂ ਅੱਗੇ ਗੱਲ ਕਰਾਂਗੇ ਕਿ ਇਸ ਵਿੱਚ ਕਿਹੜੇ ਫੈਸਲੇ ਜਿਹੜੇ ਲਏ ਗਏ ਸੀ। ਇਸ ਤੋਂ ਇਲਾਵਾ 9ਵਾਂ ਸੰਮੇਲਨ ਕੋਲੰਬੋ ਵਿੱਚ, ਸ਼੍ਰੀਲੰਕਾ, 11ਵਾਂ ਕਾਠਮੰਡੂ, ਨੇਪਾਲ, 12ਵਾਂ ਇਸਲਾਮਾਬਾਦ, ਪਾਕਿਸਤਾਨ ਵਿੱਚ, 13ਵਾਂ ਢਾਕਾ, ਬੰਗਲਾਦੇਸ਼ ਵਿੱਚ, 14ਵਾਂ ਫਿਰ ਨਿਊ ਦਿੱਲੀ ਵਿੱਚ ਹੋਇਆ ਜੀ। ਸਾਡੇ 3 ਸੰਮੇਲਨ ਹੋਏ, ਠੀਕ ਹੈ ਜੀ। ਇੱਕ ਆਪਣਾ ਦੂਜਾ ਹੋਇਆ ਸੀ, ਇੱਕ 8ਵਾਂ ਅਤੇ ਇੱਕ 14ਵਾਂ ਜੀ। ਅਤੇ 16ਵਾਂ ਸੰਮੇਲਨ ਭੂਟਾਨ ਵਿੱਚ, ਅਤੇ 17ਵਾਂ ਮਾਲਦੀਵਸ ਵਿੱਚ, ਅਤੇ 18ਵਾਂ ਕਾਠਮੰਡੂ, ਨੇਪਾਲ ਵਿੱਚ। ਅਤੇ 2017 ਵਿੱਚ ਵੀ ਇੱਕ ਸੰਮੇਲਨ ਹੋਇਆ, ਠੀਕ ਹੈ ਜੀ। ਉਹ ਤੁਹਾਨੂੰ ਬਾਅਦ ਵਿੱਚ ਡਿਸਕ੍ਰਿਪਸ਼ਨ ਵਿੱਚ ਦੱਸ ਦਿੱਤਾ ਜਾਵੇਗਾ, ਠੀਕ ਹੈ ਜੀ। ਅਤੇ ਅੱਗੇ ਅਸੀਂ ਗੱਲ ਕਰਦੇ ਹਾਂ ਸਾਰਕ ਦੇ ਸੰਗਠਨਾਤਮਕ ਜਿਹੜਾ ਸਟਰਕਚਰ ਹੈਗਾ, ਠੀਕ ਹੈ ਜੀ, ਸੰਗਠਨਾਤਮਕ ਢਾਂਚਾ ਜਿਹੜਾ, ਕਿ ਇਸ ਵਿੱਚ ਸਾਰਕ ਨੂੰ ਜਿਹੜੇ ਮੁੱਖ ਅੰਗ ਕਿਹੜੇ ਹੈਗੇ ਸਾਰਕ ਦੇ। ਤਾਂ ਸਭ ਤੋਂ ਪਹਿਲਾਂ ਰਾਜ ਦੇ ਮੁਖੀਆਂ ਦੀ ਮੀਟਿੰਗ, ਕਿ ਜਿਹੜੇ ਰਾਜ ਦੇ ਮੁਖੀਆ ਹੁੰਦੇ ਸਾਰੇ ਜਿੰਨੇ ਵੀ ਸਾਰਕ ਦੇ ਜਿਹੜੇ ਮੈਂਬਰ ਦੇਸ਼ ਆ ਉਹਨਾਂ ਦੇ ਮੁਖੀ ਜਿਹੜੀ ਸਾਰਕ ਦੇ ਜਿਹੜੇ ਸੰਗਠਨ ਵਿੱਚ ਹਿੱਸਾ ਲੈਂਦੇ ਆ, ਠੀਕ ਹੈ ਜੀ। ਜਿਵੇਂ ਰਾਸ਼ਟਰਪਤੀ ਹੋ ਗਿਆ, ਪ੍ਰਧਾਨ ਮੰਤਰੀ ਹੋ ਗਿਆ, ਇਹ ਮੁਖੀ ਹੁੰਦੇ ਆ ਕਿਸੇ ਵੀ ਰਾਜ ਦੇ। ਤਾਂ ਸਭ ਤੋਂ ਪਹਿਲਾਂ ਰਾਜਾਂ ਦੇ ਮੁਖੀ ਆਪਸ ਵਿੱਚ ਮੀਟਿੰਗ ਕਰਦੇ, ਠੀਕ ਹੈ ਜੀ। ਅਤੇ ਇਸ ਤੋਂ ਦੂਜੇ ਨੰਬਰ 'ਤੇ ਆਉਂਦਾ ਮੰਤਰੀ ਪਰਿਸ਼ਦ, ਜਿਸ ਵਿੱਚ ਵਿਦੇਸ਼ ਮੰਤਰੀ ਹਿੱਸਾ ਲੈਂਦੇ ਆ ਕਿਸੇ ਜਿਹੜੇ ਮੈਂਬਰ ਦੇਸ਼ਾਂ ਦੇ, ਸਾਰਕ ਦੇ ਮੈਂਬਰ ਦੇਸ਼ਾਂ ਦੇ। ਅਤੇ ਇਸ ਦਾ ਜਿਹੜਾ ਕਾਰਜਕਾਲ 2 ਸਾਲ ਦਾ ਹੁੰਦਾ ਜੀ। ਅਤੇ ਇਹ ਨੀਤੀਆਂ ਦੇ ਨਿਰਮਾਣ ਵਿੱਚ ਅਤੇ ਪ੍ਰੋਗਰਾਮਾਂ ਦੀ ਸਮੀਖਿਆ ਕਰਦੀ ਹੈ, ਠੀਕ ਹੈ ਜੀ, ਮੰਤਰੀ ਪਰਿਸ਼ਦ, ਜਿਸ ਵਿੱਚ ਵਿਦੇਸ਼ ਮੰਤਰੀ ਜਿਹੜੇ ਮੈਂਬਰ ਦੇਸ਼ਾਂ ਦੇ ਹਿੱਸਾ ਲੈਂਦੇ, ਠੀਕ ਹੈ ਜੀ। ਅਤੇ ਤੀਸਰੇ ਨੰਬਰ 'ਤੇ ਸਥਾਈ ਕਮੇਟੀਆਂ, ਜਿਸ ਵਿੱਚ ਵਿਦੇਸ਼ੀ ਸਕੱਤਰ ਜਿਹੜੇ ਕਿ ਸਥਾਈ ਕਮੇਟੀ ਦੇ ਮੈਂਬਰ ਹੁੰਦੇ ਹੈਗੇ, ਠੀਕ ਹੈ ਜੀ। ਅਤੇ ਇਹ ਨੀਤੀਆਂ ਦੀ ਉਲੀਕਣਾ ਕਰਦੇ ਹੈਗੇ ਅਤੇ ਪ੍ਰੋਗਰਾਮਾਂ ਵਿੱਚ ਤਾਲਮੇਲ ਬਿਠਾਉਂਦੇ ਹੈਗੇ ਆ। ਅਤੇ 2 ਮੀਟਿੰਗਾਂ ਹਰ ਸਾਲ ਇਹਨਾਂ ਦੀਆਂ ਹੁੰਦੀਆਂ ਹੈਗੀਆਂ ਜੀ। ਅਤੇ ਇਸ ਤੋਂ ਅੱਗੇ ਗੱਲ ਅਸੀਂ ਕਰਦੇ ਹਾਂ ਤਕਨੀਕੀ ਕਮੇਟੀ ਦੀ, ਜਿਹੜੇ ਕਿ ਸਾਰਕ ਦੇਸ਼ਾਂ ਦੇ ਪ੍ਰਤੀਨਿਧੀ ਇਸ ਦੇ ਮੈਂਬਰ ਹੁੰਦੇ ਹਨ, ਸਾਰਕ ਦੇਸ਼ਾਂ ਦੇ ਜਿਹੜੇ ਪ੍ਰਤੀਨਿਧੀ, ਠੀਕ ਹੈ ਜੀ। ਅਤੇ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਅਤੇ ਆਪਣੀ ਰਿਪੋਰਟ ਨੂੰ ਸਥਾਈ ਕਮੇਟੀ ਸਾਹਮਣੇ ਪੇਸ਼ ਕਰਨਾ ਇਹਨਾਂ ਦਾ ਮੁੱਖ ਕੰਮ ਹੈ, ਠੀਕ ਹੈ ਜੀ। ਅਤੇ ਹੋਰ ਵੀ ਕੋਈ ਤਕਨੀਕੀ ਸਲਾਹ ਦੇਣਾ ਕਿਸੇ ਵੀ ਮੈਂਬਰ ਨੂੰ, ਠੀਕ ਹੈ ਜੀ। ਤਾਂ ਇਹ ਸਭ ਕੁਝ ਟੈਕਨੀਕਲ ਸਪੋਰਟ ਜਿਹੜੀ ਕਰਦੀ ਹੈ, ਠੀਕ ਹੈ ਜੀ, ਸਾਰਕ ਜਿਹੜੇ ਔਰਗਨਾਈਜੇਸ਼ਨ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕਾਰਜ ਕਮੇਟੀ, ਜਿਹੜੇ ਕਿ ਫੈਸਲਿਆਂ ਨੂੰ ਅਸਲੀ ਰੂਪ ਦਿੰਦੀ ਹੈਗੀ ਆ, ਉਹਨਾਂ ਨੂੰ ਲਾਗੂ ਕਰਦੀ ਹੈ, ਠੀਕ ਹੈ ਜੀ, ਸਾਰਕ ਕੰਟਰੀਆਂ ਦੇ ਵਿੱਚ। ਇਸ ਦੇ ਮੁੱਖ ਕੰਮ ਦੇਖ ਲਓ, ਇਹ ਸਥਾਈ ਕਮੇਟੀ ਦੁਆਰਾ ਇਸ ਦਾ ਗਠਨ ਕੀਤਾ ਜਾਂਦਾ ਜੀ। ਅਤੇ ਵਿਸ਼ੇਸ਼ ਪ੍ਰੋਗਰਾਮਾਂ ਨੂੰ ਲਾਗੂ ਕਰਨਾ, ਅਤੇ ਘੱਟੋ ਘੱਟ ਇਸ ਦੇ 3 ਮੈਂਬਰ ਜ਼ਰੂਰ ਲਾਜ਼ਮੀ ਹੋਣੇ ਚਾਹੀਦੇ ਜੀ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਸਕੱਤਰੇਤ ਜਾਣੀ ਕਿ ਸੈਕਟਰੀਏਟ। ਇਸ ਨੂੰ ਸਾਰਕ ਦਾ ਜਿਹੜਾ ਮੁੱਖ ਦਫ਼ਤਰ ਵੀ ਕਿਹਾ ਜਾਂਦਾ ਜੀ। ਅਤੇ ਇਹ ਕਾਠਮੰਡੂ, ਨੇਪਾਲ ਵਿੱਚ, ਜੋ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ, ਇਹ ਕਾਠਮੰਡੂ ਨੇਪਾਲ ਦੀ ਰਾਜਧਾਨੀ ਵਿੱਚ ਜਿਹੜਾ ਸਥਾਪਿਤ ਕੀਤਾ ਗਿਆ ਜੀ। ਅਤੇ ਇਹ 1987 ਵਿੱਚ ਸਥਾਪਿਤ ਕੀਤਾ ਗਿਆ ਸੀ ਨੇਪਾਲ ਵਿੱਚ। ਅਤੇ ਇਸ ਦਾ ਜਿਹੜਾ ਸਕੱਤਰੇਤ ਦਾ ਕਾਰਜਕਾਲ 2 ਸਾਲ ਦਾ ਹੁੰਦਾ ਹੈਗਾ ਜੀ। ਅਤੇ ਸੈਕਟਰੀ ਜਨਰਲ ਇਸ ਦਾ ਇੰਚਾਰਜ ਹੁੰਦਾ ਹੈਗਾ। ਅਤੇ ਬਾਕੀ ਹੋਰ ਜਿਹੜੇ ਸਟਾਫ ਵੀ ਇਸ ਦੀ ਸਹਾਇਤਾ ਲਈ ਨਿਯੁਕਤ ਕੀਤੇ ਜਾਂਦੇ ਨੇ। ਅਤੇ ਇਸ ਦਾ ਜਿਹੜਾ ਉਹਦਾ ਮੈਂਬਰਾਂ ਦਾ ਵਾਰੀ ਜਿਹੜੇ ਹਰੇਕ ਦੇਸ਼ ਦੇ ਜਿਹੜੇ ਮੈਂਬਰ ਪ੍ਰਤੀਨਿਧੀ ਹੁੰਦੇ ਹੈਗੇ, ਉਹਨਾਂ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਜਾਂਦਾ ਜੀ ਵਾਰੀ। ਅਤੇ ਅਸੀਂ ਦੇਖ ਲੈਂਦੇ ਹਾਂ ਕਿ ਸੈਕਟਰੀ ਜਨਰਲ ਜਿਹੜਾ ਸਕੱਤਰੇਤ ਦਾ ਜਿਹੜਾ ਮੁਖੀ ਹੁੰਦਾ ਹੈਗਾ ਜੀ, ਉਸ ਦੇ ਕਿਹੜੇ ਕੰਮ ਹੈਗੇ ਜੀ।
ਤਾਂ ਸਭ ਤੋਂ ਪਹਿਲਾਂ ਸਾਰਕ ਦੇ ਪ੍ਰੋਗਰਾਮਾਂ ਵਿੱਚ ਤਾਲਮੇਲ ਬਣਾਉਂਦਾ ਹੈਗਾ ਜੀ। ਕੋਈ ਵੀ ਪ੍ਰੋਗਰਾਮ ਜਿਹੜਾ ਉਲੀਕਣਾ ਅਤੇ ਉਸਦਾ ਜਿਹੜਾ ਸਮਾਂ ਸਥਾਨ ਨਿਸ਼ਚਿਤ ਕਰਨਾ, ਉਹ ਸਾਰਾ ਸੈਕਟਰੀ ਜਨਰਲ ਦੇ ਹਿੱਸੇ ਆਇਆ ਜੀ। ਅਤੇ ਇਸ ਤੋਂ ਬਾਅਦ ਸਾਰਕ ਦੇ ਅੰਗਾਂ ਦੀ ਬੈਠਕ ਦਾ ਪ੍ਰਬੰਧ ਕਰਨਾ ਅਤੇ ਕਾਰਵਾਈਆਂ ਦਾ ਰਿਕਾਰਡ ਰੱਖਣਾ। ਸਾਰਕ ਦੀਆਂ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਅੱਜ ਤੋਂ ਜਿਹੜਾ 1987 ਤੋਂ ਲੈ ਕੇ ਜਦੋਂ ਦੀ ਇਸ ਦੀ ਸਥਾਪਨਾ ਹੋਈ ਹੈ, ਉਸ ਤੋਂ ਲੈ ਕੇ ਸਾਰੀਆਂ ਕਾਰਵਾਈਆਂ ਦਾ ਰਿਕਾਰਡ ਜਿਹੜਾ ਰੱਖਦਾ ਜੀ ਸੈਕਟਰੀ ਜਨਰਲ। ਅਤੇ ਇਸ ਤੋਂ ਇਲਾਵਾ ਹੁਣ ਅਗਲੇ ਹੋਣ ਵਾਲੇ ਜਿਹੜੇ ਸੰਮੇਲਨ ਆ, ਉਹਨਾਂ ਦੀ ਵਿਸ਼ੇਸ਼ ਸੂਚੀ ਅਤੇ ਸਥਾਨ ਅਤੇ ਉਹਨਾਂ ਦਾ ਰਿਕਾਰਡ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਉਹਨਾਂ ਬਾਰੇ, ਠੀਕ ਹੈ ਜੀ, ਉਹਨਾਂ ਦਾ ਰਿਕਾਰਡ ਰੱਖਦਾ ਸਾਰਾ। ਅਤੇ ਹੁਣ ਅਸੀਂ ਗੱਲ ਕਰਾਂਗੇ ਜਿਹੜੇ ਸੰਮੇਲਨ ਸਾਡੇ ਇੰਡੀਆ ਦੇ ਵਿੱਚ ਹੋਏ ਆ, ਠੀਕ ਹੈ ਜੀ, ਇਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ ਦੇਖ ਲੈਣਾ, ਕਿਉਂਕਿ ਜਿਹੜੇ ਵੀ ਸੰਮੇਲਨ ਇੰਡੀਆ ਵਿੱਚ ਹੋਏ ਆ ਉਹਨਾਂ ਬਾਰੇ ਜਿਹੜੇ ਐਗਜ਼ਾਮ ਵਿੱਚ ਕੁਐਸਚਨ ਆਉਣ ਦੇ ਜਿਹੜੇ ਜ਼ਿਆਦਾ ਚਾਂਸ ਹੁੰਦੇ ਹੈਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੂਸਰਾ ਸੰਮੇਲਨ ਜਿਹੜਾ ਕਿ ਇੰਡੀਆ ਵਿੱਚ ਹੋਇਆ ਸੀਗਾ ਜੀ, ਅਤੇ ਇਹ ਬੰਗਲੌਰ ਵਿੱਚ ਹੋਇਆ ਸੀ, ਜਿਹੜਾ ਕਿ ਨਵੰਬਰ 1986 ਨੂੰ ਹੋਇਆ। ਅਤੇ ਇਸ ਵਿੱਚ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਸਥਾਈ ਸਕੱਤਰੇਤ ਦੀ ਸਥਾਪਨਾ ਕੀਤੀ ਗਈ। ਕਿ ਇਹ ਜਿਹੜਾ ਫੈਸਲਾ ਲਿਆ ਗਿਆ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਜਿਹੜਾ ਸਕੱਤਰੇਤ ਦੀ ਸਥਾਪਨਾ ਇਸੇ ਜਿਹੜੇ ਸੰਮੇਲਨ ਵਿੱਚ ਕੀਤੀ ਗਈ ਸੀ, ਠੀਕ ਹੈ ਜੀ। ਇਸ ਤੋਂ ਇਲਾਵਾ ਆਪਸੀ ਮਤਭੇਦਾਂ ਨੂੰ ਸੁਲਝਾਉਣ ਲਈ ਇਸ ਵਿੱਚ ਅਹਿਮ ਫੈਸਲਾ ਲਿਆ ਗਿਆ, ਠੀਕ ਹੈ ਜੀ। ਅਤੇ ਆਤੰਕਵਾਦ ਜਿਹੜਾ ਮੁੱਖ ਮੁੱਦਾ, ਜਿਹੜੇ ਸਾਰੇ ਦੇਸ਼ਾਂ ਦਾ ਜਿਹੜਾ ਕਹਿ ਲਓ ਮੁੱਖ ਜਿਹੜਾ ਮਕਸਦ ਹੈਗਾ ਇਸ ਆਤੰਕਵਾਦ ਨੂੰ ਰੋਕਣਾ, ਇਸ ਉੱਪਰ ਇਸ ਨੂੰ ਰੋਕਣ ਲਈ ਸਹਿਯੋਗ ਦੇ ਉੱਪਰ ਜ਼ੋਰ ਦਿੱਤਾ ਗਿਆ ਇਸ ਸੰਮੇਲਨ ਵਿੱਚ। ਤਾਂ ਇਹ ਇਸ ਦੇ ਮੁੱਖ ਜਿਹੜੇ ਉਦੇਸ਼ ਸੀਗੇ ਦੂਸਰੇ ਸਿਖਰ ਸੰਮੇਲਨ ਦੇ। ਅਤੇ ਹੁਣ ਅਸੀਂ ਦੇਖਾਂਗੇ 8ਵੇਂ ਸਿਖਰ ਸੰਮੇਲਨ ਜੋ ਕਿ ਦਿੱਲੀ ਵਿੱਚ ਹੋਇਆ ਸੀਗਾ, ਠੀਕ ਹੈ ਜੀ। ਅਤੇ ਇਸ ਦਾ ਮੁੱਖ ਕੰਮ ਸੀਗਾ ਗਰੀਬੀ ਨੂੰ ਖਤਮ ਕਰਨਾ। ਅਤੇ ਇਸ ਨੂੰ ਸਾਰਕ ਸਾਖਰਤਾ ਸਾਰਕ ਸਾਖਰਤਾ ਸਾਲ ਜਿਹੜਾ ਘੋਸ਼ਿਤ ਕੀਤਾ ਗਿਆ ਸੀਗਾ ਜੀ ਸਾਰਕ ਦੁਆਰਾ। ਅਤੇ ਇਸ ਤੋਂ ਇਲਾਵਾ ਸਾਬਤਾ ਨੂੰ ਲਾਗੂ ਕਰਨਾ ਅਤੇ ਉਸ ਦਾ ਪ੍ਰੋਗਰਾਮ ਉਲੀਕਣਾ, ਠੀਕ ਹੈ ਜੀ। ਇਹ ਸਾਬਤਾ ਜਿਸ ਵਿੱਚ ਜਿਹੜਾ ਮੁਕਤ ਵਪਾਰ ਕਰਨ ਲਈ ਜਿਹੜਾ ਸਾਬਤਾ ਨੂੰ ਲਾਗੂ ਕੀਤਾ ਗਿਆ ਸੀ, ਠੀਕ ਹੈ ਜੀ। ਤਾਂ ਉਹ ਇਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਸਾਬਤਾ ਨੂੰ ਲਾਗੂ ਕੀਤਾ ਜਾਵੇਗਾ, ਠੀਕ ਹੈ ਜੀ। ਅਤੇ ਅਗਲਾ ਅਸੀਂ ਕਰਦੇ ਹਾਂ ਜੀ 14ਵਾਂ ਸਿਖਰ ਸੰਮੇਲਨ, ਜਿਹੜਾ ਕਿ ਅਪ੍ਰੈਲ 2007 ਨੂੰ ਹੋਇਆ ਸੀਗਾ। ਅਤੇ ਇਸ ਵਿੱਚ ਅਫਗਾਨਿਸਤਾਨ ਜਿਹੜਾ ਉਸ ਸਮੇਂ ਆ ਕੇ ਰਲਿਆ ਸਾਰਕ ਵਿੱਚ। ਇਸ ਤੋਂ ਪਹਿਲਾਂ 7 ਮੈਂਬਰ ਸੀਗੇ ਅਤੇ ਅਫਗਾਨਿਸਤਾਨ ਦੇ ਆਉਣ ਨਾਲ ਜਿਸ ਦੇ 8 ਮੈਂਬਰ ਹੋ ਗਏ ਸੀਗੇ, ਠੀਕ ਹੈ ਜੀ। ਅਤੇ 8ਵਾਂ ਮੈਂਬਰ ਅਫਗਾਨਿਸਤਾਨ ਸੀਗਾ ਸਭ ਤੋਂ ਬਾਅਦ ਵਿੱਚ ਜਿਹੜਾ ਸਾਰਕ ਵਿੱਚ ਆ ਕੇ ਰਲਿਆ। ਅਤੇ ਇਸ ਤੋਂ ਬਾਅਦ ਚੀਨ, ਜਾਪਾਨ, ਅਮਰੀਕਾ, ਯੂਰਪੀ ਸੰਘ, ਦੱਖਣੀ ਕੋਰੀਆ, ਇਹ ਸਾਰੇ ਦੇਸ਼ ਓਬਜ਼ਰਵਰ ਸਟੇਟ ਵਜੋਂ, ਨਿਰੀਖਕ ਵਜੋਂ ਜਿਹੜੇ ਇਸ ਸੰਮੇਲਨ ਵਿੱਚ ਸ਼ਾਮਲ ਹੋਏ ਸੀਗੇ। ਅਤੇ ਈਰਾਨ ਨੂੰ ਵੀ ਉਸ ਸਮੇਂ ਜਿਹੜੀ ਓਬਜ਼ਰਵਰ ਦੀ ਜਿਹੜਾ ਅਹੁਦਾ ਦਿੱਤਾ ਗਿਆ ਓਬਜ਼ਰਵਰ ਸਟੇਟ ਵਜੋਂ, ਠੀਕ ਹੈ ਜੀ। ਅਤੇ ਇਸ ਤੋਂ ਇਲਾਵਾ ਨਸ਼ੀਲੀਆਂ ਦਵਾਈਆਂ ਅਤੇ ਨਜਾਇਜ਼ ਹਥਿਆਰਾਂ ਦੀ ਜਿਹੜੀ ਸਮਗਲਿੰਗ ਸੀ ਉਸ ਨੂੰ ਰੋਕਣਾ ਸੀ, ਠੀਕ ਹੈ ਜੀ। ਇਸ ਵਿੱਚ ਇਹ ਫੈਸਲਾ ਲਿਆ ਗਿਆ। ਅਤੇ ਇਸ ਤੋਂ ਇਲਾਵਾ ਹਰ ਪ੍ਰਕਾਰ ਦੀ ਅੱਤਵਾਦ ਉੱਪਰ ਡਟ ਕੇ ਮੁਕਾਬਲਾ ਕਰਨਾ, ਠੀਕ ਹੈ ਜੀ। ਤਾਂ ਅੱਤਵਾਦ ਦਾ ਜਿਹੜਾ ਮੁੱਦਾ ਸੀ ਹਰੇਕ ਸੰਮੇਲਨ ਵਿੱਚ ਵੈਸੇ ਤਾਂ ਜਿਵੇਂ ਉਠਾਇਆ ਜਾਂਦਾ ਸੀਗਾ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਆਤੰਕਵਾਦ ਦੇ ਉੱਪਰ ਰੋਕਣ ਲਈ ਹਰੇਕ ਸੰਮੇਲਨ ਵਿੱਚ ਇਹ ਕਿਹਾ ਗਿਆ, ਠੀਕ ਹੈ ਜੀ। ਜਿੰਨੇ ਵੀ ਸਿਖਰ ਸੰਮੇਲਨ ਹੋਇਆ ਸੀ ਉਸ ਵਿੱਚ ਆਤੰਕਵਾਦ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਸੀਗਾ। ਅਤੇ ਇਸ ਤੋਂ ਅਗਲਾ ਹੈਗਾ ਜੀ ਦੱਖਣੀ ਏਸ਼ੀਆ ਵਿੱਚ ਮੁਕਤ ਵਪਾਰ, ਜਿਹੜਾ ਸਾਬਤਾ ਤੁਹਾਨੂੰ ਦੱਸਿਆ ਸੀਗਾ ਸਾਬਤਾ ਕਿ ਮੁਕਤ ਵਪਾਰ ਦੱਖਣੀ ਏਸ਼ੀਆ ਦੇਸ਼ਾਂ ਨਾਲ ਕਰਨ ਲਈ ਇਸ ਨੂੰ ਲਾਗੂ ਕਰਨ ਲਈ ਠੋਸ ਕਾਰਵਾਈ ਕੀਤੀ ਗਈ, ਠੀਕ ਹੈ ਜੀ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਹੋਰ ਜਿਹੜੇ ਮੁੱਖ ਫੈਸਲੇ ਲਏ ਗਏ ਸੀ ਜਿਹੜੇ ਆਪਣੇ 14ਵੇਂ ਸਿਖਰ ਸੰਮੇਲਨ ਵਿੱਚ ਜੀ। ਤਾਂ ਉਹ ਹੋਰ ਸੀਗੇ, ਇਹਦੇ ਨਾਲ ਭਾਰਤ ਵਿੱਚ ਏਸ਼ੀਆਈ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਸੀਗੀ ਇਸ ਸੰਮੇਲਨ ਵਿੱਚ। ਅਤੇ ਪਹਿਲੀ ਵਾਰ ਹੋਇਆ ਸੀਗਾ ਕਿ ਭਾਰਤ ਵਿੱਚ ਦੱਖਣੀ ਏਸ਼ੀਆਈ ਯੂਨੀਵਰਸਿਟੀ ਸਥਾਪਿਤ ਕੀਤੀ ਗਈ। ਅਤੇ ਇਸ ਤੋਂ ਇਲਾਵਾ ਆਪਸੀ ਤਾਲਮੇਲ ਬਣਾਉਣ ਲਈ ਠੋਸ ਕਦਮ ਚੁੱਕੇ ਗਏ ਕਿ ਸਾਰੇ ਦੇਸ਼ ਸਹਿਯੋਗ ਕਰਨ ਆਤੰਕਵਾਦ ਨੂੰ ਰੋਕਣ ਵਿੱਚ, ਆਰਥਿਕ ਵਿਕਾਸ ਨੂੰ ਵਧਾਉਣ ਵਿੱਚ, ਸਮਾਜਿਕ ਵਿਕਾਸ ਨੂੰ ਵਧਾਉਣ ਵਿੱਚ ਅਤੇ ਸੱਭਿਆਚਾਰਕ ਵਿਕਾਸ ਨੂੰ ਵਧਾਉਣ ਵਿੱਚ। ਅਤੇ ਇਸ ਤੋਂ ਇਲਾਵਾ ਭੋਜਨ ਦੇ ਖੇਤਰ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਸਾਰਕ ਫੂਡ ਬੈਂਕ ਕਾਇਮ ਕਰਨ ਨੂੰ ਜਿਹੜਾ ਪ੍ਰਸਤਾਵ ਨੂੰ ਸਵੀਕਾਰ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਵਿਕਾਸ ਦੇ ਮੁੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਖਣੀ ਏਸ਼ੀਆ ਆਰਥਿਕ ਸੰਘ ਅਤੇ ਦੱਖਣੀ ਏਸ਼ੀਆ ਕਸਟਮ ਸੰਘ ਦੀ ਸਥਾਪਨਾ ਕੀਤੀ ਗਈ। ਅਤੇ ਇਸ ਤਰ੍ਹਾਂ ਇਹ ਸਾਡਾ ਜਿਹੜਾ ਸਾਰਕ ਸੀਗਾ ਇਹ ਸਾਰੇ ਜਿਹੜਾ ਕਵਰ ਹੁੰਦਾ ਹੈਗਾ ਜੀ
ਤੇ ਇਸ ਦੇ ਅੱਜ ਵੀ ਜੇ ਸਾਰਕ ਨੂੰ ਜਿਹੜਾ ਜਿਹੜਾ ਇੰਨਾ ਉਚਿਤ ਸਥਾਨ ਨਹੀਂ ਮਿਲਿਆ, ਕਿਉਂਕਿ ਇਸ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਸੀਗੀਆਂ। ਜਿਵੇਂ ਜਿਸ ਤਰ੍ਹਾਂ ਅਸੀਂ ਸਮੱਸਿਆਵਾਂ ਦੇਖਦੇ ਹਾਂ ਕਿ ਜਿਵੇਂ ਸਭ ਤੋਂ ਪਹਿਲੀ ਸਮੱਸਿਆ ਇਸ ਦੇ ਵਿਸਤਾਰ ਵਿੱਚ ਇਹ ਪਾਕਿਸਤਾਨ ਜਿਹੜਾ ਆਤੰਕਵਾਦ ਹੈ, ਅਤੇ ਪਾਕਿਸਤਾਨ ਦਾ ਆਤੰਕਵਾਦ ਦਾ ਜਿਹੜਾ ਅਹਿਮ ਮੁੱਦਾ ਹੈਗਾ, ਠੀਕ ਹੈ ਜੀ, ਉਸ ਨੂੰ ਰੋਕਣ ਲਈ ਇਹ ਜਿਹੜਾ ਸਾਰਕ ਦੇ ਉਦੇਸ਼ ਹੈ, ਠੀਕ ਹੈ ਜੀ, ਉਹਨਾਂ ਨੂੰ ਜਿਹੜਾ ਰੋਕਣ ਵਿੱਚ ਇਹ ਸਭ ਤੋਂ ਵੱਡੀ ਸਮੱਸਿਆ ਹੈਗਾ ਜੀ, ਪਾਕਿਸਤਾਨ ਦਾ ਆਤੰਕਵਾਦ। ਇਸ ਤੋਂ ਇਲਾਵਾ ਵੱਡੀਆਂ ਸ਼ਕਤੀਆਂ ਸਾਰਕ ਦੇ ਜਿਹੜੇ ਔਰ ਨਿਰੀਖਕ ਦੇ ਵਿੱਚੋਂ ਜਿਹੜੀਆਂ ਵੱਡੀਆਂ ਸ਼ਕਤੀਆਂ ਨਿਰੀਖਕ ਵਜੋਂ ਭੂਮਿਕਾ ਨਿਭਾਉਂਦੀਆਂ, ਉਹ ਵੀ ਇਸ ਸਾਰਕ ਦੇ ਉਦੇਸ਼ਾਂ ਨੂੰ ਵਿੱਚ ਜਿਹੜੀ ਦਖਲ ਅੰਦਾਜ਼ੀ ਕਰਦੀਆਂ ਜੀ, ਤਾਂ ਕਰਕੇ ਇਹ ਵੀ ਬਹੁਤ ਵੱਡੀ ਸਮੱਸਿਆ ਹੈਗੀ ਆ। ਅਤੇ ਇਸ ਤੋਂ ਇਲਾਵਾ ਵਧੇਰੀ ਜਨਸੰਖਿਆ, ਕਿ ਤੁਹਾਨੂੰ ਪਤਾ ਹੀ ਹੈ ਕਿ ਇੰਡੀਆ ਔਰ ਚਾਈਨਾ ਦੀ, ਨੇਪਾਲ ਦੀ ਇਹ ਬਹੁਤ ਜਿਹੜੀ ਵੱਡੀ ਸੰਖਿਆ ਹੈਗੀ ਹੈ, ਠੀਕ ਹੈ ਜੀ, ਅਤੇ ਇਹ ਇਹਨਾਂ ਵੱਡੀ ਜਨਸੰਖਿਆ ਕਰਕੇ ਜਿਸ ਦੇ ਸਾਰਕ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਜਿਹੜਾ ਕਠਿਨ ਹੈਗਾ। ਅਤੇ ਇਸ ਤੋਂ ਇਲਾਵਾ ਭ੍ਰਿਸ਼ਟਾਚਾਰ, ਜਿਸ ਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਸਾਡੀਆਂ ਕੰਟਰੀਆਂ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈਗਾ ਜੀ, ਤਾਂ ਕੋਈ ਵੀ ਕੰਮ ਪੈਸੇ ਦੇ ਲੈਣ ਦੇਣ ਤੋਂ ਬਿਨਾਂ ਹੁੰਦਾ ਹੀ ਨਹੀਂ, ਅਤੇ ਇਸ ਕਰਕੇ ਭ੍ਰਿਸ਼ਟਾਚਾਰ ਵੀ ਸਾਰਕ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਜਿਹੜਾ ਇੱਕ ਮੁੱਖ ਜਿਹੜੀ ਸਮੱਸਿਆ ਹੈਗੀ ਹੈ ਜੀ। ਅਤੇ ਇਸ ਤੋਂ ਇਲਾਵਾ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣਾ, ਕਿ ਜਿਹੜੇ ਵੀ ਸਾਰਕ ਦੇ ਜਿਹੜੇ ਮੈਂਬਰ ਹੈਗੇ ਆ, ਉਹ ਕੋਈ ਆਪਣੀ ਜਿਹੜੀ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੰਦੇ ਹੈਗੇ ਆ, ਅਤੇ ਕੋਈ ਵੀ ਅੰਤਰਰਾਸ਼ਟਰੀ ਜਾਂ ਕਿਸੇ ਸਹਿਯੋਗ ਦੇ ਬਾਰੇ ਤਾਂ ਗੱਲ ਨਹੀਂ ਕਰਦਾ ਕੋਈ ਵੀ ਦੇਸ਼, ਤੋਂ ਆਪਣੇ ਰਾਸ਼ਟਰੀ ਹਿੱਤਾਂ ਨੂੰ ਜਿਹੜੇ ਮੀਟਿੰਗ ਜਦੋਂ ਸੰਮੇਲਨ ਹੁੰਦੇ ਹੈਗੇ ਉਸ ਵਿੱਚ ਆਪਣੀ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੰਦੇ ਹੈਗੇ, ਉਹਨਾਂ ਨੂੰ ਪੂਰਾ ਕਰਾਉਣ ਵਿੱਚ, ਤਾਂ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਆ। ਅਤੇ ਇਸ ਤੋਂ ਇਲਾਵਾ ਅਨਿਯਮਿਤ ਸੰਮੇਲਨ, ਕਿ ਇਸ ਦਾ ਸੰਮੇਲਨ ਜਦੋਂ ਵੀ ਸਾਰਕ ਦੇ 8 ਮੈਂਬਰਾਂ ਵਿੱਚੋਂ ਕੋਈ ਵੀ ਇੱਕ ਦੇਸ਼ ਇਹ ਮੈਂਬਰ ਜਿਹੜਾ ਸੰਮੇਲਨ ਕਰਨ ਲਈ ਤਿਆਰ ਨਹੀਂ ਹੁੰਦਾ, ਤਾਂ ਕੋਈ ਉਹ ਸੰਮੇਲਨ ਅੱਗੇ ਪਾ ਦਿੱਤਾ ਜਾਂਦਾ ਹੈਗਾ। ਇਸ ਤਰ੍ਹਾਂ ਇਹ ਵੀ ਅਨਿਯਮਿਤ ਸੰਮੇਲਨ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਆ, ਕਿ ਇਸ ਦਾ ਸੰਮੇਲਨ ਇੱਕ ਸਾਲ ਵਿੱਚ ਕਈ ਵਾਰ ਸਾਲ ਵਿੱਚ ਨਹੀਂ ਹੁੰਦਾ, ਫਿਰ ਦੂਜੇ 2 ਸਾਲ ਬਾਅਦ ਵੀ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਜਿਹੜਾ ਸੰਮੇਲਨ ਦੀ ਇੱਕ ਨਿਸ਼ਚਿਤ ਤਰੀਕ ਜਿਹੜੀ ਮਿਥੀ ਜਾਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਇਸ ਕਰਕੇ ਜਿਹੜਾ ਸੰਮੇਲਨ ਦਾ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ, ਠੀਕ ਹੈ ਜੀ, ਸਾਰਕ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ। ਤਾਂ ਅੱਜ ਦਾ ਸਾਡਾ ਚੈਪਟਰ ਖਤਮ ਹੁੰਦਾ ਜੀ, ਤਾਂ ਮਿਲਦੇ ਹਾਂ ਅਗਲੇ ਚੈਪਟਰ ਵਿੱਚ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗਾ, ਠੀਕ ਹੈ ਜੀ। ਤਾਂ ਧੰਨਵਾਦ।